हालेलुया। सो जो वचन आज ਅਸੀਂ ਸਿੱਖ ਰਹੇ ਹਾਂ ਉਹ ਹੈਗਾ ਉਦਾਰ और नया जन्म पाने का क्या अर्थ है। उदार की है, उदार मान लो मेरा कई बार इसी शब्द सुनते मेरा उदार हो गया है ना, मुक्ति मोक्ष ये सब चीज़ां ਇਹਦੇ ਵਿੱਚੋਂ ਹੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਮੇਨ ਚੀਜ਼ ਅੱਜ ਅਸੀਂ ਜੋ ਸਿੱਖਣੀ ਹੈ, ਮੁੱਖ ਚੀਜ਼ ਰੋਮੀਆਂ 5 ਦੀ 8 और 9, ਰੋਮੀਆਂ 5 ਦੀ 8 और 9 ਇਹ ਮਾਰਕ ਕਰ ਲਓ, ਨਾਲ ਦੀ ਨਾਲ ਮਾਰਕ ਕਰ ਲਓ, ਅੰਡਰਲਾਈਨ ਕਰ ਲਿਓ। रोमिया उसकी 5 की 8 और 9, रोमिया 5 की 8 और 9। परंतु परमेश्वर अपने प्रेम को हमारे प्रति इस प्रकार प्रदर्शित करता है कि जब हम पापी ही थे मसीह हमारे लिए मरा, अंत इससे बढ़कर उसके लहू के द्वारा धर्मी ठहराए जाकर हम उसके द्वारा परमेश्वर के प्रकोप से क्यों ना बचेंगे। रोमिया जो 5 ਦੀ 8 और 9 पढ़ते हैं तो उत्थे साफ लिखा परमेश्वर अपने प्यार ਨੂੰ ਸਾਡੇ ਉੱਤੇ ਜ਼ਾਹਿਰ ਕਰਦਾ। ਕਿਵੇਂ ਜ਼ਾਹਿਰ ਕਰਦਾ? ਉਹ ਆਪਣੇ ਬੇਟੇ ਦੀ ਕੁਰਬਾਨੀ ਸਾਡੇ ਲਈ ਦੇ ਦਿੰਦਾ। ਕਿਹਦੀ ਕੁਰਬਾਨੀ ਦਿੱਤੀ ਉਹਨੇ? ਬੇਟੇ ਦੀ। ਬੇਟਾ ਅਰਥਾਤ ਕੌਣ ਬੇਟਾ? ਬੇਟਾ मतलब प्रभु यीशु मसीह। प्रभु यीशु मसीह उसका बेटा जिसने कुर्बानी दी और अंत इससे बढ़कर उसके लहू के द्वारा धर्मी ठहराए जाकर, ਯਿਸੂ ਦੇ ਲਹੂ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਆ। ਆਮ ਅੱਜ ਦੁਨੀਆ 'ਚ ਤੁਸੀਂ ਦੇਖਿਆ ਜਾ ਰਿਹਾ ਲੰਗਰ ਲਾਉਣ ਨਾਲ ਜਾਂ ਅਲੱਗ-ਅਲੱਗ ਚੀਜ਼ਾਂ ਖਾਣਾ, ਧਰਮ ਦੇ ਕੰਮ ਕਰਨ ਨਾਲ, ਕੱਪੜੇ ਵੰਡਣ ਨਾਲ, ਨੋਟ ਵੰਡਣ ਨਾਲ, ਧਰਮ ਦੇ ਇਹੋ ਜਿਹੇ ਕੰਮ ਕਰਨ ਨਾਲ ਸ਼ਾਇਦ ਅਸੀਂ ਸੋਚਦੇ ਆ ਕਿ ਅਸੀਂ ਸ਼ਾਇਦ ਧਰਮੀ ਠਹਿਰਾਏ ਜਾਵਾਂਗੇ, ਪਰ ਨਹੀਂ। ਧਰਮ ਦਾ ਕੋਈ ਵੀ ਕੰਮ ਤੁਸੀਂ ਕਰ ਰਹੇ ਹੋ ਉਹਦੇ ਨਾਲ ਤੁਸੀਂ ਕਦੇ ਵੀ ਧਰਮੀ ਠਹਿਰਾਏ ਨਹੀਂ ਜਾ ਸਕਦੇ। ਇਹ ਬਾਹਰੀ ਕੰਮ ਨੇ, ਪਰ ਜੋ ਸਾਡਾ ਪਾਪ ਸੀ ਉਹ ਅੰਦਰ ਹੈ। ਪਾਪ ਸਾਡਾ ਕਿੱਥੇ ਕੰਮ ਕਰਦਾ? ਸਾਡੇ ਅੰਦਰ। ਔਰ ਧਰਮ ਦੇ ਕੰਮ ਬਾਹਰ ਨੇ। ਇਸ ਲਈ ਧਰਮ ਦੇ ਕੰਮ ਸਾਨੂੰ ਧਰਮੀ ਠਹਿਰਾ ਨਹੀਂ ਸਕਦੇ, ਪਰ ਕਿਹੜੀ ਚੀਜ਼ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਹਾਂ? ਪ੍ਰਭੂ ਯੀਸ਼ੂ ਮਸੀਹ ਦੇ ਲਹੂ ਦੇ ਦੁਆਰਾ। ਪ੍ਰਭੂ ਯੀਸ਼ੂ ਮਸੀਹ ਦੇ ਲਹੂ ਨੇ ਸਾਨੂੰ ਕੀ ਠਹਿਰਾ ਦਿੱਤਾ? ਧਰਮੀ ਠਹਿਰਾ ਦਿੱਤਾ। ਤੁਸੀਂ ਸੋਚਦੇ ਹੋ ਕਿ ਸ਼ਾਇਦ ਮੈਂ ਬੜਾ ਧਰਮੀ ਆ ਜੀ ਤਾਂ ਮੈਂ ਯਿਸੂ ਚ ਆ ਗਿਆ, ਹਨਾ। ਜੇ ਮੈਂ ਧਰਮੀ ਆ ਤਾਂ ਮੈਂ ਸ਼ਾਇਦ ਅੱਜ ਪ੍ਰਭੂ ਚ। ਨਹੀਂ, ਸਾਡੇ ਚ ਕੋਈ ਕੁਆਲਿਟੀ ਨਹੀਂ ਆ, ਸਾਡੇ ਚ ਕੋਈ ਗੁਣ ਨਹੀਂ ਆ, ਨਾ ਹੀ ਤੁਹਾਡੇ ਚ ਨਾ ਹੀ ਮੇਰੇ ਚ, ਪਰ ਇਹ ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ ਹੈ, ਉਹਦੀ ਦਇਆ ਹੈ, ਜਿਸ ਦੇ ਦੁਆਰਾ ਅਸੀਂ ਕੀ ਠਹਿਰਾਏ ਗਏ ਹਾਂ? ਧਰਮੀ ਠਹਿਰਾਏ ਗਏ ਹਾਂ। क्रूस के कारण परमेश्वर के पुत्र यीशु ने आत्मिक रूप से मृतक मनुष्य के लिए आत्मिक जीवन उपलब्ध करवाया। ਯਿਸੂ ਮਸੀਹ ਦੇ ਕਰੂਸ ਦੇ ਦੁਆਰਾ, ਯਿਸੂ ਮਸੀਹ ਜਦੋਂ ਕਰੂਸ ਤੇ ਮਰੇ, ਕਰੂਸ ਦੇ ਮਰਨ ਤੋਂ ਬਾਅਦ ਜਿਹੜਾ ਸਾਡਾ ਆਤਮਿਕ ਜੀਵਨ ਮਰ ਚੁੱਕਾ ਸੀ। ਕਿਹੜਾ ਜੀਵਨ ਮਰ ਚੁੱਕਾ ਸੀ? ਆਤਮਿਕ ਜੀਵਨ ਮਰ ਚੁੱਕਾ ਸੀ। ਔਰ ਉਸੇ ਹੀ ਆਤਮਿਕ ਜੀਵਨ ਨੂੰ ਪਰਮੇਸ਼ਵਰ ਨੇ ਦੁਬਾਰਾ ਜਿੰਦਾ ਕਰ ਦਿੱਤਾ। ਕਿੱਥੇ ਦੁਬਾਰਾ ਜਿੰਦਾ ਕੀਤਾ? ਕਰੂਸ ਤੇ। ਕਿਹਦੇ ਤੇ? ਕਰੂਸ ਤੇ। ਇਸੇ ਲਈ ਯਿਸੂ ਮਸੀਹ ਨੂੰ ਕਰੂਸ ਤੇ ਮੌਤ ਆਪਣੀ ਜਾਨ ਦੇਣੀ ਪਈ। ਕਰੂਸ ਦੀ ਮੌਤ ਦੇ ਦੁਆਰਾ ਸਾਡਾ ਜੋ ਆਤਮਿਕ ਜੀਵਨ ਮਰ ਗਿਆ ਸੀ ਉਹ ਪ੍ਰਭੂ ਯਿਸੂ ਮਸੀਹ ਨੇ ਦੁਬਾਰਾ ਜਿੰਦਾ ਕਰ ਦਿੱਤਾ। ਯਹੇਜ਼ਕੀਏਲ 36 ਉਸਦਾ 25 ਤੋਂ 26, ਯਹੇਜ਼ਕੀਏਲ ਦੀ ਕਿਤਾਬ ਉਸਦਾ 36 25 ਤੋਂ 26, ਉੱਥੇ ਪਰਮੇਸ਼ਵਰ ਦੀ ਇੱਕ ਯੋਜਨਾ ਸੀ ਸਾਡੇ ਲਈ। ਯਹੇਜ਼ਕੀਏਲ ਦੀ ਕਿਤਾਬ ਦੇ ਵਿੱਚ ਪਰਮੇਸ਼ਵਰ ਨੇ ਪਹਿਲਾਂ ਹੀ ਸਾਡੇ ਲਈ ਇੱਕ ਯੋਜਨਾ ਪ੍ਰਗਟ ਕੀਤੀ। ਹਾਲੇਲੂਇਆ। ਉਹ ਕੀ ਯੋਜਨਾ ਸੀ? ਉਸਦੀ 36 ਦੀ ਉਸਦੀ 25 और 26 ਜਦੋਂ ਅਸੀਂ ਪੜ੍ਹਦੇ ਉੱਥੇ ਲਿਖਿਆ ਹੈ, मैं तुम पर शुद्ध जल छिड़कूंगा और तुम शुद्ध हो जाओगे और मैं तुमको तुम्हारी सारी अशुद्धता और मूर्तों से शुद्ध करूंगा। मैं तुमको नया मन दूंगा और तुम्हारे भीतर नई आत्मा उत्पन्न करूंगा और तुम्हारी देह में से पत्थर का हृदय निकाल कर तुमको मांस का हृदय दूंगा। ये परमेश्वर दी योजना है। परमेश्वर दी ये योजना है तुहाडे ते मेरे लिए। सब तो पहला परमेश्वर सानू शुद्ध करदा है। ਉਹ ਸਾਨੂੰ ਉਹਦੀ ਯੋਜਨਾ ਹੈ ਕਿ ਇਨਸਾਨ ਸ਼ੁੱਧ ਹੋ ਜਾਵੇ ਔਰ ਯਿਸੂ ਦਾ ਲਹੂ ਸਾਨੂੰ ਕੀ ਕਰਦਾ ਹੈ? ਸ਼ੁੱਧ ਕਰਦਾ ਹੈ। ਦੂਸਰੀ ਚੀਜ਼, ਪਰਮੇਸ਼ਵਰ ਚਾਹੁੰਦਾ ਹੈ ਕਿ ਇਨਸਾਨ ਦਾ ਨਵਾਂ ਮਨ ਹੋਵੇ, ਇਨਸਾਨ ਦੇ ਅੰਦਰ ਇੱਕ ਨਵੀਂ ਆਤਮਾ ਕੰਮ ਕਰੇ। ਔਰ ਜੋ ਸਾਡਾ ਦਿਲ ਹੈ,
ਜੋ ਪਾਪ ਦੇ ਅੰਦਰ ਪਾਪ ਕਰ ਕਰਕੇ ਇਨਸਾਨ ਦਾ ਦਿਲ ਕੀ ਹੋ ਜਾਂਦਾ ਹੈ, ਪੱਥਰ ਹੋ ਜਾਂਦਾ। ਔਰ परमेश्वर कहता कि मैं तुम्हें नया मन दूंगा, मैं तुम्हारे भीतर नई आत्मा उत्पन्न करूंगा और तुम्हारी देह में से पत्थर का हृदय निकालकर तुमको मांस का हृदय दूंगा। पत्थर का दिल मतलब जो ਅਸੀਂ ਕਿਸੇ ਹਾਂਜੀ ਪੱਥਰ ਦਾ ਦਿਲ ਮਤਲਬ ਜਦੋਂ ਅਸੀਂ ਕਿਸੇ ਦੀ ਗੱਲ ਨਹੀਂ ਮੰਨ ਰਹੇ, ਜਦੋਂ ਅਸੀਂ ਪ੍ਰਭੂ 'ਚ ਸਹੀ ਨਹੀਂ ਚੱਲ ਰਹੇ, ਜਾਂ ਜਦੋਂ ਅਸੀਂ ਕਿਸੇ ਤੇ ਤਰਸ ਨਹੀਂ ਖਾ ਰਹੇ, ਅਸੀਂ ਪਾਪ ਦੇ ਪ੍ਰਤੀ ਪਾਪ ਅਸੀਂ ਕਰ ਰਹੇ ਹਾਂ ਪਰ ਸਾਨੂੰ ਪਾਪ ਦਾ ਕੋਈ ਪ੍ਰਭਾਵ ਸਾਡੇ ਤੇ ਨਹੀਂ ਪੈ ਰਿਹਾ, ਸਾਨੂੰ ਫੀਲ ਨਹੀਂ ਹੋ ਰਿਹਾ, ਤਾਂ ਸਾਡਾ ਦਿਲ ਕਿਹੜਾ ਦਿਲ ਹੈ? ਪੱਥਰ ਦਾ ਦਿਲ, ਪਾਪੀ ਦਿਲ ਹੈ। ਪਰ ਪਰਮੇਸ਼ਵਰ ਦਾ ਵਚਨ ਹੈ, ਪਰਮੇਸ਼ਵਰ ਆਪਣੇ ਲੋਕਾਂ ਨਾਲ ਵਾਅਦਾ ਕਰਦਾ, ਇਹ ਹਿਜਕੀਅਲ 36 ਉਸਦਾ 25 ਤੋਂ 26 ਦੇ ਵਿੱਚ, ਕਿ ਮੈਂ ਤੁਹਾਨੂੰ ਕਿਹੜਾ ਦਿਲ ਦੇਵਾਂਗਾ? ਮਾਂਸ ਦਾ ਦਿਲ ਦੇਵਾਂਗਾ। ਪਾਪੀ ਦਿਲ ਤੁਹਾਡੇ ਵਿੱਚੋਂ ਕੱਢ ਦੇਵਾਂਗਾ, ਪਾਪੀ ਮਨ ਬਦਲ ਦੇਵਾਂਗਾ, ਪਾਪੀ ਜੋ ਤੁਹਾਡੀ ਰਹਿਣੀ ਬਹਿਣੀ ਹੈ ਉਹ ਸਾਰੀ ਮੈਂ ਤੁਹਾਡੇ ਚੋਂ ਦੂਰ ਕਰ ਦੇਵਾਂਗਾ ਔਰ ਤੁਹਾਨੂੰ ਇੱਕ ਨया ਆਤਮਾ ਉਤਪੰਨ ਕਰੂੰਗਾ। ਜਦੋਂ ਯੋਹੰਨਾ ਉਸ ਦੀ 3 ਦੀ 1 ਤੋਂ 7, ਯੋਹੰਨਾ ਅੰਜੀਲ, ਯੋਹੰਨਾ ਦੀ ਕਿਤਾਬ, ਯੋਹੰਨਾ ਦੀ ਅੰਜੀਲ ਉਸ ਦੀ 3 ਦੀ 1 ਤੋਂ 7 ਅਸੀਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ, मैं यीशु ने निकुदेमुस से जो कि सच्चा धार्मिक अगुवा था कहा। ਪ੍ਰਭੂ ਯੀਸ਼ੂ ਮਸੀਹ ਨੂੰ ਉੱਥੇ ਇੱਕ ਨਿਕੋਦੇਮਸ ਨਾਮ ਦਾ ਇੱਕ ਚੇਲਾ, ਇੱਕ ਧਰਮੀ ਬੰਦਾ ਯੀਸ਼ੂ ਮਸੀਹ ਨੂੰ ਮਿਲਣ ਆਇਆ ਔਰ 3 ਦੀ 1 ਤੋਂ 7 ਵਿੱਚ ਜਦੋਂ ਪੜ੍ਹਦੇ ਹਾਂ ਤਾਂ ਉੱਥੇ ਯੀਸ਼ੂ ਮਸੀਹ ਨੇ ਕੁਝ ਗੱਲਾਂ ਨਿਕੋਦੇਮਸ ਨੂੰ ਕਹੀਆਂ। ਕੀ ਗੱਲਾਂ ਕਹੀਆਂ? ਉੱਥੇ ਯੀਸ਼ੂ ਮਸੀਹ ਨੇ ਕਿਹਾ, ਤੁਝੇ ਨਏ ਸਿਰ ਸੇ ਜਨਮ ਲੈਣਾ ਅਵश्य ਹੈ। ਪਹਿਲੀ ਚੀਜ਼, ਤੈਨੂੰ ਨਵੇਂ ਸਿਰ ਤੋਂ ਜਨਮ ਲੈਣਾ ਜ਼ਰੂਰੀ ਹੈ। ਦੂਸਰੀ, ਤੁਝੇ ਨਏ ਸੁਭਾਅ ਕੋ ਪਾਣਾ ਅਵश्य ਹੈ, ਤੁਹਾਡਾ ਸੁਭਾਅ ਕੀ ਹੋ ਜਾਵੇ? ਨਵਾਂ ਹੋਵੇ। तीसरी चीज, तुझे आत्मिक पूर्ण जीवन का अनुभव करना चाहिए। आत्मिक पूर्ण जीवन का मतलब दोबारा जो आत्मिक जीवन मर चुका है वो पूर्ण जीवन होना, अनुभव करना बहुत जरूरी है। कोई नया जन्म पाए बिना स्वर्ग में प्रवेश नहीं पा सकता। ਜਦੋਂ ਤੱਕ ਇਨਸਾਨ ਨਵਾਂ ਜਨਮ ਨਾ ਪਾਵੇ ਉਦੋਂ ਤੱਕ स्वर्ग ਵਿੱਚ ਜਾ ਨਹੀਂ ਸਕਦਾ। ਨਵਾਂ ਜਨਮ ਦਾ ਮਤਲਬ ਉੱਥੇ ਲਿਖਿਆ ਆਤਮਾ, ਜਲ ਔਰ ਪਾਣੀ ਸੇ। ਜਲ ਔਰ ਪਾਣੀ ਤੋਂ ਅਸੀਂ ਕੀ ਲੈਂਦੇ ਹਾਂ? ਨਵਾਂ ਜੀਵਨ ਲੈਂਦੇ ਹਾਂ। ਜਲ ਦਾ ਮਤਲਬ, ਜਲ ਤੋਂ ਨਵਾਂ ਜੀਵਨ ਦਾ ਮਤਲਬ ਕੀ ਹੈ? ਜਲ ਤੋਂ ਨਵਾਂ ਜੀਵਨ ਦਾ ਮਤਲਬ ਕੀ ਹੈ? ਬਪਤਿਸਮਾ। ਆਤਮਾ ਤੋਂ ਕੀ ਹੈ? ਹਾਂਜੀ ਭੈਣ ਤੁਹਾਨੂੰ जल और आत्मा से नया जीवन। जल का मतलब बपतिस्मा कहता है इन्होंने, आत्मा का मतलब हाँ पवित्र आत्मा। ਇਹਦਾ मतलब ਤੁਹਾਡਾ ਜ਼ਰੂਰੀ ਹੈ नया जन्म पाने के लिए ਤੁਹਾਨੂੰ दो चीजें जरूरी है, जल से बपतिस्मा और पवित्र आत्मा से अभिषेक। पवित्र आत्मा का अभिषेक या पवित्र आत्मा की मोहर ਤੁਹਾਡੇ ਉੱਤੇ ਕੀ ਹੋਣੀ ਚਾਹੀਦੀ ਹੈ? ਲੱਗੀ ਹੋਣੀ ਚਾਹੀਦੀ ਹੈ। क्यों मनुष्य का दोष क्या है? उसे आत्मिक रूप से पुनः जन्म लेने की आवश्यकता क्यों है? की गल सानू दोबारा जन्म लैन की की लोड़ है? कि असी पहला मरे होए हैं? नहीं, मैं मरिया नहीं होया, मेरा शरीर है, मैं आत्मा च जिउंदा होया, मैं आत्मा च सुन लो राम, मैं आत्मा च जिउंदा होया, मैं मरिया नहीं गा। फिर केड़ी इत्थे आत्मिक मौत की गल कीती गई है? केड़ी मौत है जिहड़ी इंसान दी पहला हो चुकी सी? केड़ी मौत है? तो वो जो असी पढ़ते हैं तो पढ़ो उत्पत्त 2:17। उत्पत्त 2:17 ਦੇ ਵਿੱਚ ਜਦੋਂ ਅਸੀਂ पढ़ते हैं तो उत्थे की होया, की घटना हुई? पर भले या बुरे के ज्ञान का जो वृक्ष है उसका फल तू कभी ना खाना, क्योंकि जिस दिन तू उसका फल खाए उसी दिन अवश्य मर जाएगा। ये परमेश्वर ने क्या किनू क्या? आदम नू के हवा नू? दोवन आदम नू। हालेलुया। ये आदम नू क्या कि तू वो फल नहीं खाना। केड़ा फल? भले अते बुरे दा। भले अते बुरे दी पहचान वाला फल तू नहीं खाना। अज इंसान नू वो फल खान दे करके साडे अंदर पहचान आ गई है कि भला की है ते बुरा की है। हालेलुया। और जिस दिन तू वो फल खा लेवेगा तो की हो जाएगा? मर जाएगा। और उन्होंने वो फल नू की क्या किया? खा लिया। अदन की वाटिका में आदम के द्वारा किए गए राजद्रोह के पाप के कारण मनुष्य परिवार को आत्मिक मृत्यु ने प्रभावित किया। उस दिन तो लेके अज तक हरेक बंदा जो जन्म लेंदा है, तुसी जो जन्म लिया तो तुहाडी आत्मिक मौत हो चुकी सी। क्यों? क्योंकि तुसी किहदी औलाद हो? बाबे आदम दी।
आदम और हवा दी औलाद दे विचों असीं सारे, ठीक है ना। हालेलूया। ਇਹਦਾ मतलब ਜਿਹੜਾ प्रभु च नहीं है, ਜਿਹੜਾ प्रभु च नहीं चल रहा, ਜਿਹਨੂੰ प्रभु बारे कुछ नहीं पता, ਤਾਂ ਉਹਦੇ ਉੱਤੇ ਆਦਮ ਅਤੇ ਹਵਾ ਦਾ ਪਾਪ ਰਹਿੰਦਾ ਹੈ, ਬਣਿਆ ਰਹਿੰਦਾ। ਜਦੋਂ ਤੱਕ ਉਹ ਕੀ ਨਹੀਂ ਕਰਦਾ, ਤੌਬਾ ਨਹੀਂ ਕਰਦਾ। ਜਦੋਂ ਤੱਕ ਉਹ ਕੀ ਨਹੀਂ ਕਰਦਾ, ਤੌਬਾ ਨਹੀਂ ਕਰਦਾ, ਤੌਬਾ ਨਹੀਂ ਕਰਦਾ, ਨया ਜਨਮ ਨਹੀਂ ਪਾਉਂਦਾ, ਬਪਤਿਸਮਾ ਨਹੀਂ ਲੈਂਦਾ, ਪਵਿੱਤਰ ਆਤਮਾ ਨਹੀਂ ਪਾਉਂਦਾ, ਪ੍ਰਭੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਨਹੀਂ ਕਰਦਾ, ਇਹ ਸਾਰੀਆਂ ਚੀਜ਼ਾਂ ਉਹਨੂੰ ਨਵੇਂ ਜੀਵਨ ਵਿੱਚ ਲੈ ਜਾਂਦੀਆਂ। ਇਸ ਲਈ ਉਹ ਕਿਹੜੀ ਮ੍ਰਿਤੂ ਹੋਈ ਸੀ ਉਦੋਂ, ਕਿਹੜੀ ਮੌਤ ਹੋਈ ਆ, ਆਤਮਿਕ ਮੌਤ। ਕਿਹੜੀ ਮੌਤ? ਆਦਮ ਦੇ ਵਾਟਿਕਾ ਦੇ ਵਿੱਚ ਬਾਬੇ ਆਦਮ ਔਰ ਉਹਦੀ ਵਾਈਫ ਦੇ ਫਲ ਖਾਣ ਦੇ ਕਰਕੇ ਉਹ ਮਰ ਗਏ। ਉਹ ਸਰੀਰ ਵਿੱਚ ਨਹੀਂ ਮਰੇ ਸੀ, ਪਰ ਆਤਮਾ ਦੇ ਵਿੱਚ ਉਹ ਕੀ ਹੋ ਗਏ ਸੀ, ਮਰ ਗਏ ਸੀ। ਔਰ ਉਹਨਾਂ ਤੇ ਕਬਜ਼ਾ ਕਿਹਦਾ ਹੋ ਗਿਆ ਸੀ, ਸ਼ੈਤਾਨ। ਸਾਰੇ ਬੋਲੋ ਹਾਲੇਲੂਇਆ। ਉਸੇ ਹੀ ਕਬਜ਼ੇ ਤੋਂ ਛੁਡਾਉਣ ਦੇ ਲਈ ਅੱਜ परमेश्वर ਚਾਹੁੰਦਾ ਹੈ ਕਿ ਇਨਸਾਨ ਬਚ ਜਾਵੇ। ਬਾਈਬਲ ਵਿੱਚ 3 ਪ੍ਰਕਾਰ की मृत्यु है। ਬਾਈਬਲ ਦੇ ਵਿੱਚ 3 ਤਰ੍ਹਾਂ ਦੀਆਂ ਮੌਤ ਦੱਸੀ ਗਈ ਹੈ ਬਾਈਬਲ ਦੇ ਵਿੱਚ। ਪਹਿਲੀ ਮੌਤ ਜਿਹੜੀ ਹੁਣ ਅਸੀਂ ਸਿੱਖੀ ਲਈ ਹੈ, ਕਿਹੜੀ ਮੌਤ ਹੈ, आत्मिक मौत। बाइबल में मृत्यु का अर्थ कभी भी जीवन की समाप्ति नहीं है, हमेशा ही इसका अर्थ अलगाव है। बाइबल ਦੇ ਵਿੱਚ ਮ੍ਰਿਤਿੂ ਦਾ ਮਤਲਬ ਜਿਹੜੀ ਆ ਮੌਤ ਆਪਾਂ ਮਰ ਜਾਂਦੇ ਇਹ ਮੌਤ ਨਹੀਂ, ਪਰ ਉਹ ਹਮੇਸ਼ਾ ਹੋਰ ਮੌਤ ਦੀ ਗੱਲ ਕਰਦੇ ਨੇ। ਪਹਿਲੀ ਮੌਤ ਹੁੰਦੀ ਹੈ ਜਿਹੜੀ ਸਰੀਰਕ ਮੌਤ ਹੁੰਦੀ ਹੈ, ਜਿਹੜੀ ਬੰਦਾ ਸਾਹ ਛੱਡ ਜਾਂਦਾ, ਆਤਮਾ ਛੱਡ ਜਾਂਦਾ, ਉਹ ਕਿਹੜੀ ਮੌਤ ਹੈ, ਸਰੀਰਕ ਮੌਤ। दूसरी मौत है आत्मिक मौत। आत्मिक मौत मनुष्य का परमेश्वर से अलगाव है, मनुष्य की आत्मा परमेश्वर से वैच्छेदित हो जाती है और उसके जीवन एवं स्वभाव से संबंध बना नहीं रहता। ਜਦੋਂ ਬੰਦੇ ਦੀ ਆਤਮਿਕ ਮੌਤ ਹੋਈ ਹੁੰਦੀ ਹੈ ਜਾਂ ਜਦੋਂ ਅਸੀਂ ਪ੍ਰਭੂ ਚ ਨਹੀਂ ਹੁੰਦੇ ਤਾਂ ਉਸ ਬੰਦੇ ਦੀ ਕਿਹੜੀ ਮੌਤ ਹੋਈ ਹੋਈ ਆ, ਆਤਮਿਕ ਮੌਤ। ਉਹਦਾ ਪਰਮੇਸ਼ਰ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਤੇ ਉਹਦਾ ਉਸ ਬੰਦੇ ਤੇ ਫਿਰ ਕਿਹਦਾ ਕੰਟਰੋਲ ਹੈ, ਸ਼ੈਤਾਨ ਦਾ। ਪਰ ਪ੍ਰਭੂ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਕਈ ਵਾਰੀ ਪ੍ਰਭੂ ਤੋਂ ਜਦੋਂ ਦੂਰ ਹੋ ਜਾਂਦੇ ਆ, ਪ੍ਰਭੂ ਤੋਂ ਜਦੋਂ ਦੂਰ ਹੋ ਜਾਂਦੇ ਆ ਤਾਂ ਸਾਡਾ ਸੰਬੰਧ ਜਦੋਂ ਪਰਮੇਸ਼ਰ ਨਾਲ ਕਈ ਵਾਰੀ ਟੁੱਟ ਜਾਂਦਾ ਹੈ ਤਾਂ ਉਦੋਂ ਵੀ ਸ਼ੈਤਾਨ ਸਾਡੇ ਤੇ ਕੀ ਕਰਦਾ ਹੈ, ਪ੍ਰਭਾਵ ਕਰਦਾ ਹੈ। ਇਸ ਲਈ ਸਰੀਰਕ ਮੌਤ, ਆਤਮਿਕ ਮੌਤ ਤੇ ਲਾਸਟ ਕੀ ਹੈ, ਅਨੰਤ ਮ੍ਰਿਤਿੂ। ਅਨੰਤ ਮ੍ਰਿਤਿੂ ਮਤਲਬ ਜਦੋਂ ਮਰਨ ਤੋਂ ਬਾਅਦ ਜਿਹੜੀ ਲਾਸਟ ਮ੍ਰਿਤਿੂ ਸਾਨੂੰ ਮਿਲਣੀ ਹੈ, ਨਰਕ ਜਾਂ स्वर्ग फल मिलना। और अंतिम मृत्यु मनुष्य सदा के लिए परमेश्वर और स्वर्ग से अलग हो जाता है, तदा अनंत काल के लिए नरकवासी हो जाता है। वो परमेश्वर तो स्वर्ग तो की हो जाता, अड हो जाता और वो हमेशा किथे रहता, फिर नरक दे विच। और कोई समा नहीं है इत्थे तुहाडी मौत हैगी है, तुसीं 52 साल 50 साल 65 साल 100 साल 110 साल 120 साल जियोगे फिर मर जाओगे। पर अगर नरक चले गए कोई लिमिट नहीं है, जिन्ना समा उत्थे नरक दी अग बलेगी तुहाडी जिहड़ी आत्मा होवेगी वो नरक दे विच ही रवेगी। आदम द्वारा आज्ञा न मानने के कारण पाप मानव जाति में प्रवेश कर गया और आत्मिक मृत्यु ने समस्त मानव जाति को भ्रष्ट किया और सब मनुष्यों में फैल गई। अदन की वाटिका में आदम मूल रूप से नया जन्म पाया हुआ था। जीवन से मृत्यु को उसने प्रभाव को बदला, उसने राज्यों को बदला, उसने प्रकृति को बदला, उसने संबंधों को बदला, उसने स्वयं को शैतान के हाथों में बेच दिया। पाप करके आदम ने आप ਨੂੰ ਕਿਹਨੂੰ ਵੇਚ ਦਿੱਤਾ, ਸ਼ੈਤਾਨ ਨੂੰ ਵੇਚ ਦਿੱਤਾ। ਅਗਰ ਉਹ ਫਲ ਨਾ ਖਾਂਦਾ ਸ਼ੈਤਾਨ ਦੇ ਪ੍ਰਭਾਵ ਚ ਨਾ ਰਹਿੰਦਾ, ਪਰ ਉਹਨੇ ਫਲ ਖਾਦਾ ਔਰ ਪਾਪ ਕੀਤਾ, ਪਰਮੇਸ਼ਰ ਦਾ ਹੁਕਮ ਤੋੜਿਆ। ਫਲ ਖਾਣਾ ਇੰਨਾ ਕੋਈ ਕਈ ਲੋਕ ਕਹਿੰਦੇ ਕਿ ਫਲ ਖਾਣਾ ਕਿਉਂ ਹੋਗਾ, ਨਹੀਂ, ਫਲ ਖਾਣਾ ਕੋਈ ਏਡੀ ਵੱਡੀ ਗੱਲ ਨਹੀਂ ਸੀ। ਗੱਲ ਇਹ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੀ ਆਗਿਆ ਨੂੰ ਨਹੀਂ ਮੰਨਦੇ, ਮੇਨ ਗੱਲ ਉਹ ਹੈ। ਪਾਪ ਕੋਈ ਵੀ ਛੋਟਾ ਵੱਡਾ ਨਹੀਂ ਹੈ, ਪਰ ਮੇਨ ਹੈ ਕਿ ਜਿਹੜੀ ਚੀਜ਼ਾਂ ਸਾਨੂੰ ਪਰਮੇਸ਼ਰ ਰੋਕਦਾ, ਜਦੋਂ ਅਸੀਂ ਉਹਨਾਂ ਚੀਜ਼ਾਂ ਤੋਂ ਰੁਕਦੇ ਨਹੀਂ ਆ, ਉਹ ਪਰਮੇਸ਼ਰ ਨੂੰ ਬੁਰਾ ਲੱਗਦਾ, ਉਹ ਪਰਮੇਸ਼ਰ ਨੂੰ ਸਹੀ ਨਹੀਂ ਲੱਗਦਾ। रोमिया 5:17, रोमिया 5:17, क्योंकि जब एक मनुष्य के अपराध के कारण मृत्यु ने उस पर ऐसा उस एक ही के द्वारा राज्य किया, तो जो लोग अनुग्रह और धार्मिकता के वरदान को बहुतायत से पाते हैं वह एक मनुष्य के अर्थात यीशु मसीह के द्वारा अवश्य ही अनंत जीवन में राज्य करेंगे। रोमिया 5:17, एक मनुख ने फल खादा। किन्ने मनुख ने फल खादा? एक मनुख दे फल खाण कारण मौत किहदे विच आ गई? सारिਆਂ ਚ आ गई। फल किहने खादा? एक मनुख ने। और मौत किहदे विच आ गई? किहड़ी मौत आए? आत्मिक मौत। किहड़ी मौत? पाप दी मौत। पाप जिवें
ਆਦਮ ਨੇ ਔਰ ਹਵਾ ਨੇ ਫਲ ਖਾਦਾ ਔਰ ਉਹਨਾਂ ਦੋਵਾਂ ਦੇ ਕਰਕੇ ਸਿਰਫ ਇੱਕ ਮਨੁੱਖ ਕਰਕੇ ਸਾਰਿਆਂ ਦੇ ਵਿੱਚ ਮੌਤ ਆਈ। ਉਸੇ ਤਰ੍ਹਾਂ ਅੱਜ ਯੀਸ਼ੂ ਮਸੀਹ ਕੱਲੇ ਦੇ ਕਰਕੇ, ਕੱਲੇ ਇੱਕ ਬੰਦੇ ਦੇ ਕਰਕੇ ਸੂਲੀ ਤੇ ਚੜਨ ਦੇ ਦੁਆਰਾ, ਉਹਦੇ ਲਹੂ ਵਹਾਉਣ ਦੇ ਦੁਆਰਾ ਸਾਰਿਆਂ ਵਿੱਚ ਕੀ ਆ ਗਈ? ਧਾਰਮਿਕਤਾ ਆ ਗਈ, ਜੀਵਨ ਆ ਗਿਆ, ਪਾਪ ਕੀ ਹੋ ਗਏ? ਮਾਫ ਹੋ ਗਏ। ਇਸੇ ਲਈ ਰੋਮੀਆਂ 5:17 ਹੀ ਦੱਸ ਰਿਹਾ, ਜਿਵੇਂ ਇੱਕ ਮਨੁੱਖ ਦੇ ਕਰਕੇ ਪਾਪ ਆ ਗਿਆ ਦੁਨੀਆ ਦੇ ਵਿੱਚ, ਪਰ ਉਸੇ ਤਰ੍ਹਾਂ ਇੱਕ ਮਨੁੱਖ ਦੇ ਬਲੀਦਾਨ ਦੇ ਦੁਆਰਾ, ਇੱਕ ਮਨੁੱਖ ਦੇ ਲਹੂ ਵਹਾਉਣ ਦੇ ਦੁਆਰਾ ਸਾਰਿਆਂ ਵਿੱਚ ਕੀ ਆ ਗਿਆ? जीवन आ गया, माफी आ गई। हालेलुया। मनुष्य के पतन के कारण आत्मिक मृत्यु ने मानव परिवार पर राज्य किया। रोमिया 5:18। इसलिए जिस प्रकार एक अपराध का प्रतिफल सब मनुष्यों के लिए दंड किया गया हुआ, उसी प्रकार धार्मिकता के एक ही कार्य का प्रतिफल सब मनुष्यों के लिए धर्मी ठहराया जाना हुआ। एक मनुष्य करके पाप आया, उसी तरह एक मनुष्य करके ही सारे लोग की हो गए? ਧਰਮੀ ਠਹਿਰਾਏ ਗਏ। ਇਹਦਾ ਮਤਲਬ ਜਦੋਂ ਅੱਜ ਤੁਸੀਂ ਪ੍ਰਭੂ ਨੂੰ ਗ੍ਰਹਿਣ ਕਰਦੇ ਹੋ, ਤੁਸੀਂ ਕੀ ਠਹਿਰਾਏ ਗਏ ਹੋ? ਧਰਮੀ ਠਹਿਰਾਏ ਗਏ ਆ। ਤੁਸੀਂ ਕਿਸੇ ਆਪਣੇ ਕੰਮਾਂ ਕਰਕੇ ਨਹੀਂ, ਤੁਸੀਂ ਕਿਸੇ ਆਪਣੀ ਕੁਆਲਿਟੀ ਕਰਕੇ ਨਹੀਂ, ਪਰ ਸਿਰਫ ਪਰਮੇਸ਼ਵਰ ਨੂੰ ਕਬੂਲ ਕਰਨ ਦੇ ਦੁਆਰਾ। ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ, ਤੁਸੀਂ ਉਹਨੂੰ ਆਪਣਾ ਮੁਕਤਦਾਤਾ ਮੰਨ ਲੈਂਦੇ ਹੋ, ਮੂੰਹ ਦੇ ਨਾਲ ਇਕਰਾਰ ਕਰਦੇ ਹੋ, ਬਪਤਿਸਮਾ ਲੈਂਦੇ ਹੋ, ਪਵਿੱਤਰ ਆਤਮਾ ਪਾ ਲੈਂਦੇ ਹੋ, ਤੇ ਧਾਰਮਿਕਤਾ ਦੇ ਵਿੱਚ ਬਣੇ ਰਹਿਣ ਦੇ ਸਾਰੇ ਤਰੀਕੇ ਨੇ। ਹਾਲੇਲੂਇਆ। आदम का पाप संपूर्ण मानव जाति पर न्याय का दंड लाया। मनुष्य मृत्यु दंड के अंदर था। मनुष्य दंड आज्ञा पाया, दोषी परमेश्वर के प्रकोप के अंतर्गत था। रोमिया 3:10 और 18 हमें दिखाता है कि आदम के पाप के कारण ही संपूर्ण मानव जाति पाप से दूषित हुई। रोमिया 3:10 ਤੋਂ 18। रोमिया 3:10 ਤੋਂ 18 ਜਦੋਂ ਅਸੀਂ ਪੜ੍ਹਦੇ ਹਾਂ ਉੱਥੇ ਲਿਖਿਆ, ਜੈਸਾ ਲਿਖਿਆ ਹੈ ਕਿ ਕੋਈ ਧਰਮੀ ਨਹੀਂ। ਹਾਂਜੀ, ਲਿਖਿਆ ਸੀ ਰੋਮੀਆ 3:10 ਤੋਂ 18 ਦੇ ਵਿੱਚ, कोई धर्मी नहीं, एक भी नहीं, कोई समझदार नहीं, कोई परमेश्वर का खोजने वाला नहीं, सब भटक गए हैं, सब के सब निकम्मे बन गए, कोई भलाई करने वाला नहीं, एक भी नहीं। उनका गला खुली हुई कब्र है, उन्होंने अपनी जीभों से छल किया है, उनके होठों में सांप का विष है और उनका मुंह शराब और कड़वाहट से भरा है। उनके पाप लहू बहाने को फुर्तीले हैं, उनके मार्गों में नाश और कलेश है, उन्होंने कुशल का मार्ग नहीं जाना, उनकी आंखों के सामने परमेश्वर का भय नहीं। किन्ना लोकां दे जिन्हां दे उत्ते पाप दा की है? राज है। ये दस रहा रोमी है कि कोई भी धर्मी नहीं हैगा, पर सिर्फ यीशु मसीह ਨੂੰ ਕਬੂਲ ਕਰਨ ਤੋਂ ਬਾਅਦ ਅਸੀਂ ਕੀ ਹੋ ਜਾਂਦੇ ਹਾਂ? ਧਰਮੀ ਬਣ ਜਾਂਦੇ ਹਾਂ। ਯਿਸੂ ਮਸੀਹ ਤੋਂ ਕਬੂਲ ਹੋਣ ਤੋਂ ਬਾਅਦ ਸਾਡੇ ਉੱਤੇ ਜਿਹੜਾ ਪਾਪ ਦਾ ਸਾਇਆ, ਜਿਹੜਾ ਮੌਤ ਦਾ ਜਿਹੜਾ ਸਾਡੇ ਉੱਤੇ ਜਿਹੜਾ ਸਾਇਆ ਸੀ, ਉਹ ਕੀ ਹੋ ਜਾਂਦਾ? खत्म हो जाता है। किन्हू कबूल करके? प्रभु यीशु मसीह को कबूल करके। जब आदम ने पाप किया तो उसने ना केवल उसे बल्कि उसके भविष्य की पीढ़ी के शरीरक वंश संपूर्ण मानव परिवार को प्रभावित किया। जो आदम ने पाप किया तो कला ओह प्रभाव नहीं होया, ਉਹਨੂੰ ਆਦਮ ਦੀ ਵਾਟਿਕਾ ਚੋਂ ਨਹੀਂ ਕੱਢਿਆ ਗਿਆ, ਬਲਕਿ ਉਸ ਦੇ ਕਾਰਨ ਸਾਰੇ ਹੀ ਮਨੁੱਖ ਉਸ ਦਿਨ ਤੋਂ ਬਾਅਦ ਪਰਮੇਸ਼ਰ ਦੇ ਜਿਹੜਾ ਰਿਸ਼ਤਾ ਸੀ ਆਦਮ ਅਤੇ ਹਵਾ ਦਾ, ਉਸ ਦਿਨ ਤੋਂ ਬਾਅਦ ਟੁੱਟ ਗਿਆ। ਉਹ ਰਿਸ਼ਤਾ ਟੁੱਟਣ ਤੋਂ ਬਾਅਦ हर एक नालों परमेश्वर का रिश्ता क्यों हो रहा? टुटिया रहा। हालेलुया। गिरे हुए पतन मनुष्य ने पतित आदम की जाति का पूर्ण उत्पादन किया। आदम में भ्रष्ट स्वभाव ने उसके परिवार में भ्रष्ट स्वभाव का पुनरुत्पन्न किया। आदम में आत्मिक मृत्यु ने संपूर्ण मानव जाति में आत्मिक मृत्यु का पुनरुत्पादन किया। हम सब आदम के परिवार के ही वंशन क्रम में आते हैं। और जिहड़ा बंदा प्रभु ਅਸੀਂ ਪ੍ਰਭੂ ਨੂੰ ਕਬੂਲ ਕਰਨ ਤੋਂ ਪਹਿਲਾਂ ਕਿਹੜੀ ਜਾਤੀ ਚ ਆਉਣੇ ਆ? ਆਦਮ ਦੀ ਵੰਸ਼ ਵਿੱਚ ਆਉਣੇ। ਆਦਮ ਦੇ ਵੰਸ਼ ਵਿੱਚ ਪ੍ਰਭੂ ਚ ਜੋ ਪਾਪ ਦਾ ਵੰਸ਼ ਕਹਿ ਲਓ ਤੁਸੀਂ, ਆਦਮ ਦੀ ਜਾਤੀ ਪਾਪ ਦਾ ਵੰਸ਼ ਹੈ। ਪਰ ਜਦੋਂ ਅਸੀਂ ਪ੍ਰਭੂ ਨੂੰ ਕਬੂਲ ਕਰ ਲੈਂਦੇ ਹਾਂ ਤਾਂ ਸਾਡੇ ਵਿੱਚੋਂ ਪਾਪ ਦਾ ਬੀਜ ਕੀ ਹੋ ਜਾਂਦਾ? ਖਤਮ ਹੋ ਜਾਂਦਾ। ਪਾਪੀ ਸੁਭਾਅ ਖਤਮ ਹੋ ਜਾਂਦਾ। ਪਹਿਲਾ ਕਰੰਥੀਆ 15 उसकी 21 ਤੋਂ 22। क्योंकि जब मनुष्य के द्वारा मृत्यु आई तो मनुष्य ही के द्वारा मरे हुओं का पुनरुत्थान भी आया। और जैसे आदम में सब मरते हैं वैसे ही मसीह में सब जलाए जाएंगे। हालेलुया। जैसे एक बंदे के द्वारा मौत आई, उसी तरह एक बंदे के द्वारा की हो गया? जीवन आ गया। एक बंदे के द्वारा सब मर जाते ने, उसी तरह एक बंदे के द्वारा सब की होंगे? जलाए जाएंगे, जीवन पाएंगे। हालेलुया। ਜਦੋਂ ਅਸੀਂ
हालेलुया। चलो उस तो बाद मानव जाति में पाप के प्रभाव, इंसान के जीवन च पाप के किहड़े किहड़े प्रभाव पाए गए सी। तो तुसी आदम की अनआज्ञाकारिता ने आत्मिक मृत्यु को उत्पन्न किया। आत्मिक मृत्यु के कारण मनुष्य में पाप का स्वभाव आया जो शरीर के कामों को उत्पन्न कर रहा है। मानव जाति में पाप के प्रभावों को पहचानने के लिए निम्नलिखित पदों को पढ़े। भजन संहिता 14:1-7, ये लिख लो, तुसी लिख लो। भजन संहिता 14:1-7, गलातिया 5 उसकी 19-21। पेन है नहीं तुहाडे कोल? की करना उन्होंने इत्थे? परमेश्वर की ओर से उधार ना पाए लोगों की तस्वीर। जो लोग परमेश्वर तो उधार नहीं पाए हुए, तुसी उधार पाया है सब ने? अज तुसी परमेश्वर तो उधार पा लिया कि नहीं पा लिया? पता कि नहीं पता? तुसी उधार पा लिया कि नहीं पा लिया? हाँ, जो तुसी परमेश्वर को ग्रहण करते हो, अपने मुंह दे नाल इकरार करते हो, तौबा कर लेने हो, ठीक है, पानी और आत्मा से बपतिस्मा ले लेने, असी की पा लेने, उधार पा लेने। हालेलुया। और परमेश्वर की ओर से उधार ना पाए लोगों की तस्वीर। किहड़े किहड़े लोग जिन्होंने, जे तुसी उधार नहीं पाया तो तुहाडी की तस्वीर होवेगी है, तुहाडे अंदर की चलेगा। मनुष्य में पाप के प्रभाव। हाँ जी, जे तुहाडे अंदर पाप का प्रभाव चल रहा है, तुहाडे अंदर किहड़े किहड़े गुण होणगे? पाप, जे तुसी पाप दे थल्ले काम कर रहे हो, ठीक है ना, तो तुहाडे अंदर किहड़े किहड़े गुण होणगे? सुनो फिर। पाप मनुष्य के कानों को मंद करता है। पाप जिहड़ा बंदा, पाप जिहदे अंदर पाप होवेगा, ਉਹਦੇ ਕੰਨਾਂ ਨੂੰ ਗੰਦਾ ਕਰਦਾ ਹੈ। चुगली निंदा सुननी ਤੁਹਾਡਾ पेशा होवेगा। ਤੁਸੀਂ चुगली निंदा करोगे और चुगली निंदा सुनोगे भी। पाप उसकी आंखों को अंधेरी करता है। अपनी अखां दे नाल गंदमंद देखोगे और गंदमंद करदे भी देखोगे और खुद भी देखोगे। पाप उसके पैरों को भटकाता है। ਜਿਹਦੇ ਅੰਦਰ ਪਾਪ ਆ ਉਹਦੇ ਪੈਰ ਕੀ ਹੋ ਜਾਂਦੇ ਆ? ਭਟਕ ਜਾਂਦੇ ਆ। ਜਦੋਂ ਤੁਹਾਡੇ ਅੰਦਰ ਪਾਪ ਹੋਵੇਗਾ ਤੁਸੀਂ ਭਟਕ ਜਾਓਗੇ, ਤੁਹਾਡੇ ਪੈਰ ਗਲਤ ਰਾਹਾਂ ਵੱਲ ਜਾਣਗੇ। पाप उसकी जीभ को दूषित करता है। जिहदे अंदर पाप होवेगा वो अपनी जबान तो गंदे शब्द बोलेगा, गालां कढेगा, निंदा करेगा, चुगली करेगा। पाप उसके हृदय को धोखा देता है। दिल, पाप जो तुहाडे अंदर होवेगा तो तुहाडे दिल नूं पाप की करेगा? धोखा देवेगा। तुहानूं कहेगा कि नहीं ये तेरे लिए चंगी चीज है, नहीं तू ये ठीक कर रहे हैं, नहीं तेनू ये बहुत वधिया, नहीं वो चीज बहुत सुंदर है, नहीं वो लड़की वो लड़का बहुत सुंदर है। ये सारे किहदे गुण ने? पाप दे। पाप उसकी बुद्धि को मूर्ख बनाता है। पाप तुहाडी बुद्धि नूं मूर्ख बना देगा। तुसी बहुत सियाणे हो, तुसी बहुत सही चल रहे हो, तुसी पवित्र चल रहे हो, पर पाप जो तुहाडे अंदर आ गया, तुहाडी बुद्धि नूं की कर देगा? मूर्ख बना देगा। तुसी पाप आराम नाल करोगे, तुहानूं पता है गलत है, तुहानूं पता है मैं नहीं करना, तुहानूं पता मेरे लिए गलत कर रही है, मैं गलत कर रहा हूं, पर पाप तुहाडी बुद्धि नूं की कर दिंदा है? मूर्ख बना दिंदा है। पाप उसकी आत्मा को मार देता है। पाप साडी आत्मा नूं की कर दिंदा है? मार दिंदा है। असी आत्मिक पतन हो जांदा साडा। फिर पाप असी आराम नाल करदे हां, सानूं पता नहीं चलदा कि मैं किहदे विच हां, पाप विच हां। प्रत्येक भटके हुए मनुष्य की दशा के बारे में परमेश्वर क्या कहता है? जो लोग भटक जाते हैं, स्वभाव ही से सब मनुष्य आत्मिक रूप से मृतक हैं। स्वभाव तो ही असी आत्मिक रूप विच मरे हुए हैं। स्वभाव ही से सब मनुष्य शैतान की संतान है। असी स्वभाव तो ही किदी संतान है? शैतान दी। बाइबल दस दी है स्वभाव से ही हम सब मनुष्य अनआज्ञाकारिता की संतान है। स्वभाव तो ही असी अनआज्ञाकारी हैं, गल नहीं मननी, मां बाप की गल नहीं मननी। सीधी गल है, साडे स्वभाव दे अंदर है। मां बाप की गल इसलिए बच्चे नहीं मान रहे, इसलिए पास्टर दी गल्लां नहीं मानते, इसलिए अपने वड्डे वडेरियां दी गल्लां नहीं मानते, टीचरां दी गल्लां नहीं मानते। अनआज्ञाकारिता उन्हां दे अंदर है। वो किहदे वल्लों है? शैतान दे वल्लों। स्वभाव ही से सब मनुष्य आदम के पापी स्वभाव ही से सब मनुष्य क्रोध की संतान है। स्वभाव ही साडे स्वभाव दे अंदर ही है साडा गुस्सा। स्वभाव ही से सब मनुष्य, प्रत्येक उधार ना पाए जाना शैतान के परिवार में से है। अगर असी उधार नहीं पाया, यीशु मसीह नूं ग्रहण नहीं किया अपना मुक्तदाता, असी किहदे परिवार चों? शैतान दे परिवार। प्रत्येक उधार ना पाया जाना शैतान के प्रभाव व प्रभाव के अंतर्गत
ਅੰਧਕਾਰ ਕੇ ਰਾਜ ਸੇ ਰਹਤਾ ਹੈ। ਅਗਰ ਅਸੀਂ ਉਧਾਰ ਨਹੀਂ ਪਾਵਾਂਗੇ, ਅਸੀਂ ਪੂਰੀ ਜ਼ਿੰਦਗੀ ਹਨੇਰੇ ਦੇ ਵਿੱਚ ਹੀ ਆ। ਪਾਪ ਦੀ ਸੰਤਾਨ, ਅਸੀਂ शैतान की संतान। प्रत्येक उदार ना पाए जाने में शैतान का स्वभाव है। प्रत्येक उदार ना पाए जाने के जीवन में दुष्ट आत्मा का कार्य होता रहता है। जो तुसी उदार नहीं पाया, तुसी प्रभु ਨੂੰ ग्रहण नहीं ਕੀਤਾ, ਤੁਹਾਡੇ ਅੰਦਰ ਦੁਸ਼ਟ ਆਤਮਾ ਦਾ ਕੀ ਹੋਵੇਗਾ? ਪ੍ਰਭਾਵ ਹੋਵੇਗਾ। अविश्वासी का मन अंधा है तथा उसकी समझ अंधकार से डंगी है। ਜਿਹੜਾ अविश्वासी ਦਾ ਮਤਲਬ ਜਿਹੜਾ ਪ੍ਰਭੂ ਚ ਨਹੀਂ ਚੱਲ ਰਿਹਾ। ਦੇਖੋ ਤੁਸੀਂ ਇੰਨੇ ਜ਼ਿਆਦਾ और बहुत कुछ लिखा होया, वो दोष लगावेगा। अविश्वासी परमेश्वर का शत्रु है। अविश्वासी शरीर की अभिलाषा और संसारिक मन के अनुसार चलता है। अविश्वासी पाप और मृत्यु की व्यवस्था का कैदी है। ये गुण ने अविश्वासियों दे। ਇਹਦਾ मतलब अगर ये ਤੁਹਾਡੇ ਚ गुण चल रहे ने, क्रोध की दुष्ट आत्मा, शैतान, क्रोध, अनआज्ञाकारी, गल नहीं मननी, ना पास्टर दी ना मां बाप दी, तो ਤੁਸੀਂ ਸ਼ੈਤਾਨ ਦੇ ਪਰਿਵਾਰ ਚੋਂ ਹੋ। ਹਜੇ ਤੱਕ ਉਧਾਰ ਨਹੀਂ ਪਾਇਆ ਹੋਇਆ, ਪਰਮੇਸ਼ਰ ਨੂੰ ਆਪਣੇ ਜੀਵਨ ਚ ਹਜੇ ਤੱਕ ਗ੍ਰਹਿਣ ਨਹੀਂ ਕੀਤਾ ਹੋਇਆ। सामने दोषी है, परमेश्वर का शत्रु है, शरीर की अभिलाषा और संसारिक मन के अनुसार चलता है। ਉਹ ਸਰੀਰ ਦੀਆਂ ਅਭਿਲਾਸ਼ਾ, ਜਿਵੇਂ ਤੁਹਾਡਾ ਸਰੀਰ ਡਿਮਾਂਡ ਕਰਦਾ। ਮੈਂ ਤੁਹਾਨੂੰ ਦੱਸਾਂ, ਇਹ ਸਰੀਰ ਡਿਮਾਂਡ ਬਹੁਤ ਕੁਝ ਕਰਦਾ। ਤੁਹਾਡਾ ਸਰੀਰ ਤੁਹਾਨੂੰ ਕਹੇਗਾ ਕਿ ਮੈਂ ਸੁੰਦਰ ਰਹਾਂ, ਤੁਹਾਡਾ ਸਰੀਰ ਤੁਹਾਨੂੰ ਕਹੇਗਾ ਕਿ ਮੈਂ ਉਹਦੇ ਨਾਲ ਗੱਲ ਕਰਾਂ, ਮੈਂ ਇਹਦੇ ਨਾਲ ਗੱਲ ਕਰ ਲਾਂ, ਮੈਂ ਆਹ ਵੇਖਾਂ, ਮੈਂ ਉਹ ਵੇਖਾਂ, ਮੈਂ ਇਹ ਪਾਲਾਂ, ਮੈਂ ਉਹ ਪਾਲਾਂ। ਇਹ ਕਿਹਦੀ ਡਿਮਾਂਡ ਆ? ਸਰੀਰ ਦੀ। ਤੁਹਾਡਾ ਸਰੀਰ ਮੰਗਦਾ ਹੈ, ਹੋਰ ਕੋਈ ਚੀਜ਼ ਨਹੀਂ ਮੰਗਦੀ। ਖਾਣੇ ਤੁਹਾਡਾ ਸਰੀਰ ਮੰਗਦਾ ਹੈ। ਹਾਲੇਲੂਇਆ। ਪਰ ਇਹ ਚੀਜ਼ਾਂ ਸ਼ੈਤਾਨ ਦੇ ਵੱਲੋਂ ਹੈ, ਜੋ ਆਦਮ ਤੋਂ ਸਾਡੇ ਅੰਦਰ, ਸਾਡੇ ਸੁਭਾਅ ਦੇ ਅੰਦਰ ਫਿੱਟ ਕਰ ਦਿੱਤੀਆਂ ਸ਼ੈਤਾਨ। ਇਹ ਤੁਹਾਨੂੰ ਫਿੱਟ ਕਰਵਾਉਣ ਦੀ ਲੋੜ ਨਹੀਂ ਹੈ, ਤੁਹਾਡੇ ਅੰਦਰ ਕੀ ਨੇ? ਫਿੱਟ ਨੇ। ਪਰ ਜਦੋਂ ਅਸੀਂ ਪਰਮੇਸ਼ਰ ਚ ਆ ਜਾਂਦੇ ਹਾਂ, ਜਦੋਂ ਅਸੀਂ ਪ੍ਰਭੂ ਨੂੰ ਆਪਣਾ ਉਧਾਰ ਕਰਤਾ ਮੰਨ ਲੈਂਦੇ ਹਾਂ, ਪਰਮੇਸ਼ਰ ਨੂੰ ਆਪਣਾ ਕੀ ਮੰਨ ਲੈਂਦੇ ਹਾਂ? ਉਧਾਰ ਕਰਤਾ, ਤੇ ਇਹ ਚੀਜ਼ਾਂ ਸਾਡੇ ਜੀਵਨ ਚ ਕੀ ਹੋ ਜਾਂਦੀਆਂ? ਬਾਹਰ ਹੋ ਜਾਂਦੀਆਂ। ਕੀ ਇਹ ਚਲੀਆਂ ਗਈਆਂ ਅੱਜ? ਕੀ ਇਹ ਚੀਜ਼ਾਂ ਤੁਹਾਡੇ ਜੀਵਨ ਚੋਂ ਬਾਹਰ ਚਲੀਆਂ ਗਈਆਂ? ਨਹੀਂ ਗਈਆਂ। ਕਿਉਂ ਨਹੀਂ ਇਹ ਜਾ ਰਹੀਆਂ? गलातिया 2:16। तो भी यह जानकर के मनुष्य व्यवस्था के कामों से नहीं पर केवल यीशु मसीह पर विश्वास करने के द्वारा धर्मी ठहरता है। हमने आप भी यीशु मसीह पर विश्वास किया कि हम व्यवस्था के कामों से नहीं पर मसीह पर विश्वास करने से धर्मी ठहरे, इसलिए कि व्यवस्था के कामों से कोई प्राणी धर्मी ना ठहरेगा। हालेलुया। जे तुसी खुद दूर नहीं कर सकते, जे तुसी खुद दूर नहीं कर सकते, इसे ਲਈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ? ਕਿਸ ਚੀਜ਼ ਦੀ ਲੋੜ ਹੈ? ਚੀਜ਼ਾਂ ਦੇ ਨਹੀਂ, ਪਰਮੇਸ਼ਰ ਨੇ ਕੀ ਦਿੱਤਾ? ਤਾਂ ਹੁਣ ਤੁਹਾਨੂੰ ਹੈ ਕੀ ਦਿੱਤਾ? ਤੁਹਾਨੂੰ ਹੈ ਉਧਾਰ। ਪਵਿੱਤਰ ਆਤਮਾ ਕੀ ਦਿੱਤਾ ਤੁਹਾਨੂੰ? ਪਰਮੇਸ਼ਰ ਨੇ ਪਵਿੱਤਰ ਆਤਮਾ। ਇਹ ਪਵਿੱਤਰ ਆਤਮਾ ਤੁਹਾਡੀ ਮਦਦ ਕਰਦਾ ਹੈ ਚੀਜ਼ਾਂ ਤੋਂ ਬਾਹਰ ਆਉਣ ਦੇ ਲਈ। ਕਿਹੜੀ ਚੀਜ਼ ਮਦਦ ਕਰਦੀ ਹੈ? ਪਵਿੱਤਰ ਆਤਮਾ। ਸਾਡੇ ਪਾਪੀ ਸੁਭਾਅ ਨੂੰ ਬਦਲਣ ਦੇ ਲਈ, ਸਾਡੇ ਸਰੀਰ ਨੂੰ ਨਿਰੰਤਰ ਦੇ ਵਿੱਚ ਲਿਆਉਣ ਦੇ ਲਈ, ਸਾਡੇ ਸੁਭਾਅ ਨੂੰ ਨਿਰੰਤਰ ਦੇ ਵਿੱਚ, ਸਾਡੇ ਸੁਭਾਅ ਨੂੰ ਕਿਹੜਾ ਸੁਭਾਅ ਬਣਾਉਣ ਦੇ ਲਈ? ਪਰਮੇਸ਼ਰੀ ਸੁਭਾਅ। ਕਿਹੜਾ ਸੁਭਾਅ? ਪਰਮੇਸ਼ਰੀ ਸੁਭਾਅ ਬਣਾਉਣ ਦੇ ਲਈ ਪਵਿੱਤਰ ਆਤਮਾ ਸਾਡੀ ਕੀ ਕਰੇਗਾ? ਮਦਦ ਕਰੇਗਾ। हालेलुया। गलातियां 3:10-11। सो जितने लोग व्यवस्था के कामों पर भरोसा रखते हैं वह सब शराब के अधीन है, क्योंकि लिखा है कि जो कोई व्यवस्था की पुस्तक में लिखी हुई सब बातों को करने में स्थिर नहीं रहता वह श्रापित है। पर यह बात प्रकट है कि व्यवस्था के द्वारा परमेश्वर के यहाँ कोई धर्मी नहीं ठहरता, क्योंकि धर्मी जन विश्वास से जीवित रहेगा। ਅਸੀਂ ਵਿਵਸਥਾ ਦੇ ਦੁਆਰਾ ਨਹੀਂ, ਅਸੀਂ ਕਾਨੂੰਨ ਦੇ ਦੁਆਰਾ ਨਹੀਂ ਬਚ ਸਕਦੇ। ਹੁਣ ਅੱਜ ਇਨਸਾਨ ਨੇ ਕਾਨੂੰਨ ਬਣਾਏ ਹੋਏ ਆਪਣੇ ਲਈ, ਚਿਕਨ ਨਾ ਖਾਓ, ਮੀਟ ਨਾ ਖਾਓ, ਚਿੱਟੇ ਕੱਪੜੇ ਪਾ ਕੇ ਰੱਖੋ, ਵੱਡੇ ਵਾਲ ਰੱਖੋ, ਜੋ ਕਿ ਬਾਬੇ ਬੂਬੇ ਮੁੰਡੇ ਮਾਂਡੇ ਬਣੇ ਫਿਰੇ ਬਾਬੇ, ਕੰਨਾਂ 'ਚ ਮੁੰਦਰਾ, ਵੱਡੀਆਂ ਵੱਡੀਆਂ ਮੁੰਦਰਾ ਪਾਈਆਂ, ਲੂੰਗੀਆਂ ਬੰਨੀਆਂ ਉਹਨਾਂ ਨੇ, ਝੋਲੇ ਪਾਏ ਹੋਏ ਹਨਾ। ਤੇ ਇਹ ਕਿਹਦੇ ਕਾਨੂੰਨ ਬਣਾਏ ਆਏ? ਇਹ ਇਨਸਾਨ ਨੇ ਵਿਵਸਥਾ ਬਣਾ ਲਈ ਆਪਣੇ ਲਈ। ਕੀ ਹੋਣ ਦੇ ਲਈ? ਧਰਮੀ ਹੋਣ ਦੇ ਲਈ। पर इंसान अपने कामों से धर्मी नहीं ठहरता, धर्मी जन विश्वास से जीवित रहेगा। ਅਸੀਂ ਕਿਵੇਂ ਜੀਵਿਤ ਰਹਿ ਸਕਦੇ ਹਾਂ? ਕਿਹਦੇ ਉੱਤੇ ਵਿਸ਼ਵਾਸ ਰੱਖ ਕੇ? ਪਰਮੇਸ਼ਵਰ ਤੇ। ਧਰਮੀ ਜਨ ਕੌਣ ਹੈ? ਧਰਮੀ ਜੋ ਪਰਮੇਸ਼ਵਰ ਦੇ ਦੁਆਰਾ ਧਰਮੀ ਬਣਾਇਆ ਜਾ ਚੁੱਕਿਆ ਹੈ। ਕਿਵੇਂ ਧਰਮੀ ਬਣਾਇਆ ਗਿਆ? ਉਹ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ। ਬਸ धर्मी में बन गए यीशु मसीह के विश्वास करने द्वारा। हालेलुया।
ਔਰ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਅਸੀਂ ਬਚਾਏ ਵੀ ਜਾਣਾ ਹੈ। ਲਿਖਿਆ ਧਰਮੀ ਜਨ ਵਿਸ਼ਵਾਸ ਸੇ ਜੀਵਤ ਰਹੇਗਾ। ਇਹ ਗਲਾਤੀਆਂ 3 ਉਸ ਦੀ 10 ਤੋਂ 11, ਅਫਸੀਆ 2 ਉਸ ਦੀ 8 ਤੋਂ 9, अफसिया 2 उसकी 8 तो 9। क्योंकि परमेश्वर के द्वारा अनुग्रह ही से तुम्हारा उद्धार हुआ है, और यह तुम्हारी ओर से नहीं वरन परमेश्वर का दान है, और ना कर्मों के कारण ऐसा ना हो कि कोई घमंड करे। आज अगर आज तुसी परमेश्वर च हो, आज मैं परमेश्वर च हां या तुसी परमेश्वर च हो, तुसी अपने कर्मा करके परमेश्वर च नहीं हो। ਤੁਸੀਂ ਇਹ ਨਹੀਂ ਕਹਿ ਸਕਦੇ ਮੇਰੀ ਸੋਚ ਤਾਂ ਜੀ ਸ਼ੁਰੂ ਤੋਂ ਹੀ ਧਰਮ ਦੀ ਸੀ, ਮੈਂ ਤਾਂ ਬੜਾ ਧਰਮੀ ਬੰਦਾ ਸੀ, ਮੈਂ ਤਾਂ ਸਵੇਰ ਉੱਠ ਕੇ ਪਾਠ ਪੂਜਾ ਕਰਦਾ ਸੀ, ਮੈਂ ਤਾਂ ਸਾਰੀ ਉਮਰ ਕਦੇ ਪਾਪ ਹੀ ਨਹੀਂ ਕੀਤਾ, ਮੇਰਾ ਕੋਈ ਗਲਤ ਰਿਲੇਸ਼ਨਸ ਨਹੀਂ ਸੀ ਜਦੋਂ ਮੈਂ ਕੁਵਾਰਾ ਸੀ। ਨਹੀਂ ਜੀ, ਮੈਂ ਤਾਂ ਬੜਾ ਸ਼ੁੱਧ ਸੀ, ਮੈਂ ਤਾਂ ਹਰ ਇੱਕ ਤੀਰਥ ਸਥਾਨ ਕੀਤੇ, ਇਸੇ ਕਰਕੇ ਪ੍ਰਭੂ ਮੈਨੂੰ ਕੀ ਕਰਦਾ, ਬਹੁਤ ਪਿਆਰ ਕਰਦਾ ਸੀ, ਇਸੇ ਕਰਕੇ ਅੱਜ ਮੈਨੂੰ ਪ੍ਰਭੂ ਨੇ ਕੀ ਕਰ ਲਿਆ, ਬਚਾ ਲਿਆ। ਨਹੀਂ, ਸਿਰਫ ਪਰਮੇਸ਼ਵਰ ਨੇ ਤੁਹਾਡੇ ਤੇ ਦਇਆ ਕੀਤੀ ਹੈ। ਪਰਮੇਸ਼ਵਰ ਤੁਹਾਡੇ ਤੇ ਕੀ ਹੈ, ਅਨੁਗ੍ਰਹਿ ਕੇ ਦੁਆਰਾ, ਉਹਦੇ ਅਨੁਗ੍ਰਹਿ ਦੇ ਦੁਆਰਾ, ਉਹਦੀ ਦਇਆ ਦੇ ਦੁਆਰਾ ਅਸੀਂ ਕੀ ਕੀਤੇ ਗਏ ਹਾਂ, ਬਚਾਏ ਗਏ ਹਾਂ। फिर पढ़ो अफसियां 2 ਦੀ 8 ਤੋਂ 9। क्योंकि विश्वास के द्वारा अनुग्रह ही से तुम्हारा उद्धार हुआ है। तुसी विश्वास कीता और परमेश्वर ने तुहाडे ते की कीता, अनुग्रह कीता, और यह तुम्हारी ओर से नहीं, ये तुसी नहीं वरनर परमेश्वर का दान है। तो परमेश्वर का की एक दान है, एक गिफ्ट है परमेश्वर का, तोहफा है परमेश्वर का, किहदे लई, तुहाडे ते मेरे लिए परमेश्वर का दान है। और ना कर्मों के कारण, तुसी कम्मां दे नाल नहीं, ऐसा ना हो कि कोई घमंड करे, ये ना होवे कि कोई अपने आप ते की करे, घमंड करे कि मैं बड़ा धर्मी सी, मैं बड़ा चंगा सी, मैं बड़े दान पुण्य करदा रहा, करदी रही, इसे करके अज मैं किहदे विच हां, परमेश्वर दे विच हां, मैनूं परमेश्वर बड़ा प्यार करदा है, मैं तां मेरी तां शुरू तो सोच ही धर्मी सी, तां मैं प्रभु च आ गया अज। हाँ, नहीं, किसी कारण तुसी कुछ भी नहीं कह सकते कि मेरे चाह क्वालिटी सी, मैं ये कीता, मैं वो कीता, तां मैं अज प्रभु च। नहीं नहीं, ये प्रभु दी की है दया कि परमेश्वर ने तुहानू चुन लिया, तुसी चुने हुए हो शुरू तो। हालेलुया। बाइबल च लिखिया, की लिखिया बाइबल च, जब तुम अपनी मां के गर्भ में बने भी नहीं हुए थे, हजे तुसी आपदी मां दे गर्भ दे विच बने भी नहीं सी, ते मैं तुहानू की कर लिया, तुम्हारे बनने से पहले, तुम्हारे उत्पन्न होने से पहले मैंने तुम्हें चुन लिया। ਇਹਦਾ मतलब ਸਾਡਾ ਚੋਣ ਪਤਾ, ਪਰਮੇਸ਼ਵਰ ਦੇ ਸਾਡੇ ਹੋਣ ਤੋਂ ਵੀ ਪਹਿਲਾਂ ਸਾਨੂੰ ਪਰਮੇਸ਼ਰ ਨੇ ਕੀ ਕਰ ਲਿਆ, ਚੁਣ ਲਿਆ। ਇਸ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਨੇ ਤੁਹਾਨੂੰ ਚੁਣਿਆ, ਪਰਮੇਸ਼ਰ ਤੁਹਾਨੂੰ ਆਪਣੇ ਬੇਟੀ ਔਰ ਬੇਟੇ ਹੋਣ ਦਾ ਹੱਕ ਦਿੱਤਾ। तुसी गुलाम नहीं हो। हालेलुया। तानू गुलाम नहीं है, परमेश्वर ने तानू की बनाया, अपने बेटे और बेटी होने का क्या अधिकार दिया है। अगर तुसी उहदे बेटे बेटी हो तो तुसी कुछ भी कर सकते हो। तुहाडा बाप कौन है इस टाइम? परमेश्वर। परमेश्वर कौन है? साडा बाप है। यीशु पापा नहीं है, कि यीशु नू पापा कहंदे, यीशु नहीं है पापा, ठीक है ना। यीशु साडा साडा भरा, बाइबल दे विच लिखिया तुहाडा भरा, वड्डा जेठा, जेठा वड्डा वड्डा भरा जिहदे बलिदान दे द्वारा असीं छुड़ाए गए हां। वो साडा विचोला है, वो साडा हेल्पर है, वो साडा जाजक है। बाइबल च अलग अलग जगह ते उहदे बारे लिखिया। हालेलुया। पापा नहीं है कि जीसस पापा कहते, नहीं, जीसस पापा नहीं है, परमेश्वर साडे पिता, साडा परमेश्वर है। हालेलुया। ये तीनों है इको ही, परमेश्वर, यीशु मसीह और पवित्र आत्मा, तीनों की ने इको ने, पर इन्हां दा है तीने इको, जिवें तीनों इंसान ने, ये तीनों इंसान ने पर है तीने इको, काम तीनों दे इको है पर है तीने अलग अलग, है तीने अलग अलग। हालेलुया। इसलिए पवित्र आत्मा नूं किसी ने पापा क्या, यीशु नूं फिर पापा क्यों कहते हैं? नहीं कहना चाहिए। हालेलुया। परमेश्वर, साडे परमेश्वर पिता ने, हाँ तुसी कह सकते हो प्रभु यीशु मसीह मेरे पिता समान ने, मेरे वड्डे भरा ने, प्रभु यीशु मसीह मेरे की ने पिता समान ने, मैं उन्हां दा आदर करदा, जिवें पिता दा आदर करदा मैं उवें उन्हां दा की करदा, आदर करदा।
ਪਰ ਉਹ ਪਿਤਾ ਨਹੀਂ ਹਨ। ਸਾਰੇ ਬੋਲੋ ਹਾਲੇਲੂਇਆ। ਬਾਈਬਲ ਦੇ ਵਿੱਚ ਯीशु मसीह ਨੇ ਖੁਦ ਕਿਹਾ, ਅਗਰ ਤੁਮ ਮੇਰੇ ਨਾਮ ਸੇ ਪਿਤਾ ਸੇ ਕੁਛ ਮੰਗੋ, ਇਹਦਾ ਮਤਲਬ ਅਸੀਂ ਕਿਤੋਂ ਮੰਗਣਾ? ਪਿਤਾ ਤੋਂ ਮੰਗਣਾ। ਕਿਹਦੇ ਨਾਮ ਵਿੱਚ? ਯीशु ਨਾਮ ਵਿੱਚ। ਹਾਲੇਲੂਇਆ। ਇਹਦਾ ਮਤਲਬ ਪ੍ਰਭੂ ਯीशु मसीह ਕਹਿ ਰਹੇ ਨੇ ਤੁਸੀਂ ਮੇਰੇ ਨਾਮ ਤੇ ਕਿਤੋਂ ਮੰਗਣਾ? ਪਰਮੇਸ਼ਵਰ ਤੋਂ ਮੰਗਣਾ। ਹਾਲੇਲੂਇਆ। ਪ੍ਰਭੂ ਯीशु मसीह ਸਾਨੂੰ ਦੱਸਦੇ ਨੇ। ਹਾਲੇਲੂਇਆ। ਇਹ ਤਿੰਨੇ ਚੀਜ਼ਾਂ ਕਿੱਥੇ ਦੇਖੀਆਂ ਤੁਸੀਂ? ਇਕੱਠੀਆਂ ਦੇਖੀਆਂ? ਪਵਿੱਤਰ ਆਤਮਾ, ਯीशु मसीह, ਪਰਮੇਸ਼ਵਰ ਕਿਤੇ ਇਕੱਠੇ ਵੇਖਿਆ ਤੁਸੀਂ ਬਾਈਬਲ 'ਚ ਕਿਤੇ? ਹੈ ਹਾਂ, ਜਦੋਂ ਬਪਤਿਸਮਾ ਲਿਆ। ਹਾਲੇਲੂਇਆ। ਜਦੋਂ ਯीशु मसीह ਨੇ ਬਪਤਿਸਮਾ ਲਿਆ ਤਾਂ ਲਿਖਿਆ ਪਰਮੇਸ਼ਵਰ ਆਕਾਸ਼ ਦੇ ਵਿੱਚੋਂ ਆਵਾਜ਼ ਆਈ। ਕੀ ਆਈ? ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਤੋਂ ਮੈਂ ਖੁਸ਼ ਹਾਂ। ਉਦੋਂ ਕਿਹਦੀ ਆਵਾਜ਼ ਆਈ? ਪਰਮੇਸ਼ਵਰ ਦੀ। ਸੈਂਟਰ 'ਚ ਕੌਣ ਸੀ? ਪਵਿੱਤਰ ਆਤਮਾ। ਬਾਈਬਲ 'ਚ ਲਿਖਿਆ ਯਹੋਨਾ ਬਪਤਿਸਮਾ ਔਰ ਦੇਖਿਆ ਕਿ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ। ਕਈ ਸੋਚਦੇ ਨੇ ਪਵਿੱਤਰ ਆਤਮਾ ਕਬੂਤਰ ਆ। ਨਹੀਂ ਨਹੀਂ, ਕਬੂਤਰ ਨਹੀਂ ਹੈ ਪਵਿੱਤਰ ਆਤਮਾ। ਉਸ ਸਮੇਂ ਕਬੂਤਰ ਦੇ ਰੂਪ ਵਿੱਚ ਪਵਿੱਤਰ ਆਤਮਾ ਦਿਖਿਆ। ਠੀਕ ਹੈ ਨਾ? ਕਬੂਤਰ ਦੇ ਰੂਪ ਵਿੱਚ ਪਵਿੱਤਰ ਆਤਮਾ ਯीशु मसीह ਤੇ ਦਿਖਿਆ। ਔਰ ਥੱਲੇ ਕੌਣ ਸੀ? ਯीशु मसीह। ਉੱਤੇ ਪਰਮੇਸ਼ਵਰ ਦੀ ਆਵਾਜ਼ ਆਈ। ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਯਿਸੂ ਤੇ ਸੀ ਔਰ ਯਿਸੂ ਥੱਲੇ ਯਰਦਨ ਨਦੀ ਦੇ ਵਿੱਚ ਖੜੇ ਸੀ। ਤਿੰਨੇ ਇੱਕ ਜਗ੍ਹਾ ਤੇ ਸੀ। ਇਹਦਾ ਮਤਲਬ ਤਿੰਨੇ ਕੀ ਨੇ? ਅਲੱਗ ਅਲੱਗ। ਹਾਲੇਲੂਇਆ। ਹੈ ਤਿੰਨੇ ਇੱਕੋ, ਪਰ ਹੈ ਤਿੰਨੇ ਅਲੱਗ ਅਲੱਗ। ਸਾਰੇ ਬੋਲੋ ਹਾਲੇਲੂਇਆ। ਤਿੰਨਾਂ ਦਾ ਕੰਮ ਅਲੱਗ ਹੈ। ਪਰਮੇਸ਼ਵਰ ਆਪਣੇ ਸਿੰਘਾਸਨ ਤੇ ਹੈ। ਸੱਜੇ ਪਾਸੇ ਯीशु मसीह ਹੈ। ਪਵਿੱਤਰ ਆਤਮਾ ਅੱਜ ਕਿੱਥੇ ਆ? ਕਿੱਥੇ ਅੱਜ ਪਵਿੱਤਰ ਆਤਮਾ? ਧਰਤੀ ਤੇ ਹੈ। ਪਵਿੱਤਰ ਆਤਮਾ ਕਿੱਥੇ ਆ? ਕਿਦੋਂ ਧਰਤੀ ਤੇ ਉਤਰਿਆ ਪਵਿੱਤਰ ਆਤਮਾ? ਕਿਦੋਂ ਧਰਤੀ ਤੇ ਉਤਰਿਆ? ਉਹ ਧਰਤੀ ਤੇ ਉਤਰਿਆ। ਅੱਛਾ, ਪੈਂਤੀਕੋਸਤ ਵਾਲੇ ਦਿਨ ਯीशु मसीह ਤੋਂ ਬਪਤਿਸਮਾ ਲਿਆ, ਉਦੋਂ ਪਵਿੱਤਰ ਆਤਮਾ ਧਰਤੀ ਤੇ ਨਹੀਂ ਉਤਰਿਆ। ਪਵਿੱਤਰ ਆਤਮਾ ਤੋਂ ਯीशु मसीह ਤੇ ਠਹਿਰਿਆ, ਬਸ ਧਰਤੀ ਤੇ ਨਹੀਂ ਠਹਿਰਿਆ। ਪਰ ਪੈਂਤੀਕੋਸਤ ਵਾਲੇ ਦਿਨ ਤੋਂ ਬਾਅਦ ਪਵਿੱਤਰ ਆਤਮਾ ਕਿੱਥੇ ਆ? ਧਰਤੀ ਤੇ ਆ। ਉਹ ਅੱਜ ਹੁਣ ਧਰਤੀ ਤੇ ਕੰਮ ਕਰ ਰਿਹਾ, ਆਪਣੇ ਲੋਕਾਂ ਦੇ ਵਿੱਚ ਕੰਮ ਕਰ ਰਿਹਾ। ਤੁਹਾਡੇ ਤੇ ਮੇਰੇ ਵਿੱਚ ਪਵਿੱਤਰ ਆਤਮਾ ਕੀ ਕਰ ਰਿਹਾ? ਕੰਮ ਕਰ ਰਿਹਾ। ਸਾਰੇ ਬੋਲੋ ਹਾਲੇਲੂਇਆ। ਲਾਸਟ, ਮਨੁष्य का तरीका, परमेश्वर का तरीका। ਮਨੁੱਖ ਆਪਣੇ ਪਾਪਾਂ ਨੂੰ ਕਿਵੇਂ ਢੱਕਦਾ ਹੈ ਤੇ ਪਰਮੇਸ਼ਵਰ ਸਾਡੇ ਪਾਪਾਂ ਨੂੰ ਕਿਵੇਂ ਢੱਕਿਆ? उत्पत्ति 3:7। तब उन दोनों की आंखें खुल गई और उनको मालूम हुआ कि वह नंगे हैं, सो उन्होंने अंजीर के पत्ते जोड़ जोड़ कर अपने नंगेपन को ढांपा। ਮਨੁੱਖ ਕਿਵੇਂ ਆਪਣੇ ਪਾਪ ਢੱਕਦਾ? ਪੁਰਾਣੇ ਸਮਿਆਂ ਦੇ ਵਿੱਚ ਪਾਪਾਂ ਨੂੰ ਢੱਕਣ ਦੇ ਲਈ ਬਲੀਆਂ ਦਿੱਤੀਆਂ ਜਾਂਦੀਆਂ ਸੀ, ਬੱਕਰੇ ਚੜਾਏ ਜਾਂਦੇ ਸੀ। ਉਹ ਮਨੁੱਖ ਦਾ ਤਰੀਕਾ ਸੀ। ਹਾਲੇਲੂਇਆ। ਪਾਪਾਂ ਨੂੰ ਕੀ ਕਰਨ ਦੇ ਲਈ? ਢੱਕਣ ਦੇ ਲਈ। ਮਾਫ ਨਹੀਂ ਹੁੰਦੇ ਸੀ ਪਾਪ ਕੀ ਹੋ ਜਾਂਦੇ ਸੀ? ਢਕੇ ਜਾਂਦੇ ਸੀ। पर और यहोवा परमेश्वर ने आदम और उसकी पत्नी के लिए चमड़े के अंगरखे बनवाकर उनको पहना दिए, बहाया हुआ लहू। पर परमेश्वर ने की कीता? उत्थे लिखिया परमेश्वर ने एक मेमना कट्टिया। की कीता? मेमना, उसका लहू बहा के परमेश्वर ने ਉਹਦੀ ਖੱਲ ਦੇ ਨਾਲ ਇਹਨਾਂ ਦੇ ਪਾਪਾਂ ਨੂੰ, ਇਹਦੇ ਨੰਗੇਪਨ ਨੂੰ ਕੀ ਕਰ ਦਿੱਤਾ? ਢੱਕ ਦਿੱਤਾ। ਔਰ ਅੱਜ ਅਸੀਂ ਆਪਦੇ ਪਾਪਾਂ ਨੂੰ ਢੱਕ ਨਹੀਂ ਸਕਦੇ। ਅੱਜ ਮਨੁੱਖ ਬੜੀ ਕੋਸ਼ਿਸ਼ ਕਰਦਾ ਆਪਣੇ ਪਾਪਾਂ ਨੂੰ ਢੱਕਣ ਦੀ। ਬਲੀਆਂ ਦਿੰਦਾ, ਬੱਕਰੇ ਚੜਾਉਂਦਾ, ਦਾਨ ਪੁੰਨ ਕਰਦਾ, ਬੜਾ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਨਾ ਕਿਸੇ ਹਿਸਾਬ ਨਾਲ ਮੇਰੇ ਪਾਪ ਕੀ ਹੋ ਜਾਣ? ਮਾਫ ਹੋ ਜਾਣ। ਕਈ ਮੱਝਾਂ ਗਾਵਾਂ ਨੂੰ ਚਾਰਾ ਪਾ ਰਹੇ ਆ, ਲੱਡੂ ਖਵਾ ਰਹੇ ਆ, ਕੁੱਤਿਆਂ ਨੂੰ, ਕਾਲੇ ਕੁੱਤਿਆਂ ਨੂੰ ਲੱਡੂ ਖਵਾ ਰਹੇ ਆ। ਬਾਹਰ ਗਾਂ ਖੜੀ ਹੁੰਦੀ, ਉਹਨੂੰ ਸੂੜਾ ਪਾਉਂਦੇ ਆ, ਹਨਾ। ਉਹ ਸੋਚਦੇ ਮੇਰੇ ਪਾਪ ਕੀ ਹੋ ਜਾਣ? ਮਾਫ ਹੋ ਜਾਣ। ਜਦੋਂ ਜਵਾਨੀ ਹੁੰਦੀ ਉਦੋਂ ਰੱਬ ਨਹੀਂ ਯਾਦ ਆਉਂਦਾ। ਜਦੋਂ ਥੋੜਾ ਜਿਹਾ ਕਸ਼ਟ ਆ ਜਾਂਦਾ, ਬੁਢੇਪਾ ਹੋ ਜਾਂਦਾ, ਫਿਰ ਜਾਂਦਿਆਂ ਗਾਂ ਮੱਝਾਂ ਬੰਨੀ, ਪੌਦਿਆਂ ਨੂੰ ਪਾਣੀ ਪਾ ਰਿਹਾ, ਕੋਈ ਪਾਣੀ ਦੀ ਸੇਵਾ ਲਾ ਰਿਹਾ। ਧਰਮ ਦੇ ਕੰਮ ਕਰਨੇ ਚੰਗੇ ਮਾੜੇ ਨਹੀਂ ਹਨ, ਕਰਨੇ ਚਾਹੀਦੇ ਆ। ਬਾਈਬਲ ਦੱਸਦੀ ਹੈ ਤੁਸੀਂ ਹੋਰਾਂ ਦੀ ਹੈਲਪ ਕਰੋ। ਮੈਂ ਧਰਮ ਦੇ ਕੰਮਾਂ ਦੇ ਖਿਲਾਫ ਨਹੀਂ ਆ, ਬਾਈਬਲ ਧਰਮ ਦੇ ਕੰਮਾਂ ਦੇ ਖਿਲਾਫ ਨਹੀਂ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਧਰਮ ਦੇ ਕੰਮ ਤੁਹਾਨੂੰ ਧਰਮੀ ਨਹੀਂ ਬਣਾ ਸਕਦੇ। ਤੁਹਾਡੇ ਕੰਮਾਂ ਦੇ ਕਰਕੇ ਤੁਸੀਂ ਧਰਮੀ ਨਹੀਂ ਠਹਿਰ ਸਕਦੇ। ਦੁਨੀਆ 'ਚ ਤੁਹਾਡਾ ਨਾਮ ਹੋਵੇਗਾ, ਹਾਂ ਉਹ ਬੜੀ ਭਲਾਈ ਕਰਨ ਵਾਲਾ ਹੈ, ਉਹ ਬੜੀ ਸੰਸਥਾ ਭਲਾਈ ਕਰਦੀ ਹੈ, ਠੀਕ ਹੈ, ਦੁਨੀਆ ਤੁਹਾਨੂੰ ਜਾਣੇਗੀ। ਪਰ ਮੈਂ ਤੁਹਾਨੂੰ ਦੱਸਾਂ, ਸਵਰਗ ਦੇ ਵਿੱਚ ਇਹਦਾ ਕੋਈ ਵੀ ਫਲ ਨਹੀਂ ਹੈ। ਔਰ ਨਾ ਹੀ ਜੇ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦੀਆਂ ਨੇ। ਸਵਰਗ ਦੇ ਵਿੱਚ ਤੁਸੀਂ ਕਿਵੇਂ ਜਾ ਸਕਦੇ ਹੋ? ਯीशु मसीह ਤੇ ਵਿਸ਼ਵਾਸ ਕਰਕੇ। ਬਸ ਯीशु मसीह ਦੇ ਉੱਤੇ ਵਿਸ਼ਵਾਸ ਕੀਤੇ ਬਿਨਾ ਤੁਸੀਂ ਕੁਝ ਵੀ ਕਰੋ, ਤੁਸੀਂ ਕਦੇ ਵੀ ਧਰਮੀ ਠਹਿਰਾਏ ਨਹੀਂ ਜਾਓਗੇ।
ਲੋਕਾਂ ਦੇ ਵਿੱਚ ਤੁਸੀਂ ਧਰਮੀ ਹੋਵੋਗੇ, ਲੋਕ ਤੁਹਾਨੂੰ ਭਲਾਈ ਸੇਵਕ ਕਹਿ ਸਕਦੇ ਆ, ਲੋਕ ਤੁਹਾਨੂੰ ਕਹਿੰਦੇ ਬਹੁਤ ਦਾਨ ਪੁੰਨ ਵਾਲਾ ਬੰਦਾ, ਪਰ ਯੀਸ਼ੂ ਮਸੀਹ ਬਾਈਬਲ ਦੇ ਵਿੱਚ ਲਿਖਿਆ ਪੁਰਾਣੇ ਨੇਮ ਦੇ ਵਿੱਚ, ਤੇਰੇ ਧਰਮ ਦੇ ਕੰਮ ਮੇਰੇ ਅੱਗੇ ਮੈਲੇ ਚਿੱਤਰਾਂ ਦੇ ਸਮਾਨ ਨੇ, ਮੈਲੇ ਕੱਪੜਿਆਂ ਦੇ ਸਮਾਨ ਨੇ, ਪੁਰਾਣੀਆਂ ਟਾਕਿਆਂ ਦੇ ਸਮਾਨ ਨੇ। ਹਾਲੇਲੂਇਆ। ਇਸ ਲਈ ਅੱਜ ਤੁਸੀਂ ਕਿਵੇਂ ਬਚਾਏ ਗਏ ਹੋ? ਕਿਵੇਂ ਬਚਾਏ ਗਏ ਹੋ? ਯੀਸ਼ੂ ਮਸੀਹ ਦੇ ਉਸਦੇ ਵਿਸ਼ਵਾਸ ਕਰਨ ਦੇ ਦੁਆਰਾ, ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਤੁਸੀਂ ਕੀ ਬਚਾਏ ਗਏ ਹੋ? ਬਚਾਏ ਗਏ ਹੋ। ਧਰਮੀ ਕਿਵੇਂ ਠਹਿਰਾਏ ਗਏ ਹੋ? ਉਸਦੇ ਲਹੂ ਵਹਾਉਣ ਦੇ ਦੁਆਰਾ, ਉਸਦੇ ਲਹੂ ਵਹਾਉਣ ਦੇ ਦੁਆਰਾ ਤੁਸੀਂ ਕੀ ਉਠਾਏ ਗਏ ਹੋ? ਬਣਾਏ ਗਏ ਹੋ, ਧਰਮੀ ਬਣਾਏ ਗਏ ਆ। ਸਾਰੇ ਬੋਲੋ ਹਾਲੇਲੂਇਆ। ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਤੁਸੀਂ ਧਰਮੀ ਬਣਾਏ ਗਏ ਹੋ। ਪਰਮੇਸ਼ਵਰ ਦੇ ਅਨੁਗ੍ਰਹਿ ਦੇ ਕਾਰਨ ਤੁਸੀਂ ਅੱਜ ਕੀ ਹੋ? ਧਰਮੀ ਹੋ। ਪਰਮੇਸ਼ਵਰ ਨੇ ਤੁਹਾਡੇ ਤੇ ਅਨੁਗ੍ਰਹਿ ਕੀਤਾ, ਦਇਆ ਕੀਤੀ ਹੈ, ਉਸਦੀ ਦਇਆ ਦੇ ਕਾਰਨ ਤੁਸੀਂ ਅੱਜ ਧਰਮੀ ਹੋ। ਸਾਰੇ ਬੋਲੋ ਹਾਲੇਲੂਇਆ। ਔਰ ਇਨਸਾਨ ਖੁਦ ਆਪਣੇ ਪਾਪਾਂ ਨੂੰ ਮਾਫ ਨਹੀਂ ਕਰ ਸਕਦਾ। ਪਿਛਲੇ ਸਮੇਂ ਦੇ ਵਿੱਚ ਪਾਪ ਟਕੇ ਜਾਂਦੇ ਸੀ, ਠੀਕ ਹੈ ਨਾ, ਬਲੀਆਂ, ਮੇਲ ਬਲੀਆਂ, ਬੜੀਆਂ ਬਲੀਆਂ ਸੀ ਪਿਛਲੇ ਸਮੇਂ ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਆ, ਉਹ ਪਾਪ ਮਾਫ ਨਹੀਂ ਹੁੰਦੇ ਸੀ। ਪਾਪ ਕਿਉਂ ਹੁੰਦੇ ਸੀ? ਟਕੇ ਜਾਂਦੇ ਸੀ। ਹਾਲੇਲੂਇਆ। ਪਰ ਯੀਸ਼ੂ ਮਸੀਹ ਨੂੰ ਉਦਾਰਕਰਤਾ ਮੰਨਣ ਦੇ ਦੁਆਰਾ, ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਡੇ ਪਾਪ ਕੀ ਹੋ ਗਏ? ਮਾਫ ਹੋ ਗਏ। ਪਿਛਲੇ ਪਾਪ ਜਿੰਨੇ ਅਸੀਂ ਕੀਤੇ ਉਹ ਸਾਰੇ ਕੀ ਹੋ ਗਏ? ਮਾਫ ਹੋ ਗਏ। ਖਾਤਾ ਕੀ ਹੋ ਗਿਆ? ਸਾਡਾ ਸਾਫ਼ ਹੋ ਗਿਆ। ਸਾਰੇ ਬੋਲੋ ਹਾਲੇਲੂਇਆ। ਜਿੰਨੇ ਜ਼ਿਆਦਾ ਪਾਪ ਕੀਤੇ ਉਨੇ ਹੀ ਜ਼ਿਆਦਾ ਉਹਦੇ ਕੀ ਹੋ ਗਏ? ਮਾਫ ਹੋ ਗਏ। ਪਰ ਹੁਣ ਸਾਨੂੰ ਪਰਮੇਸ਼ਰ ਨੇ ਇੱਕ ਨया ਜਨਮ ਦਿੱਤਾ। ਬਾਈਬਲ 'ਚ ਲਿਖਿਆ, ਮੈਂ तुम्हें एक नया मन दूंगा। मैं तुम्हें एक नया मन दूंगा। ਕਿਹੜਾ ਮਨ? ਜਿਹਦੇ ਅੰਦਰ ਪਾਪ नहीं है। मैं तुम्हें एक नया दिल दूंगा। मैं तुम्हारे अंदर से पत्थर वाला दिल निकाल कर तुम्हें ਕਿਹੜਾ ਦਿਲ दूंगा? मांस वाला। हालेलुया। ਦਇਆ ਕਰਨ ਵਾਲਾ, ਹੋਰਾਂ ਲਈ ਪ੍ਰੇਅਰ ਕਰਨ ਵਾਲਾ ਦਿਲ, ਹੋਰਾਂ ਦੀਆਂ ਗੱਲਾਂ ਨੂੰ ਸੁਣਨ ਵਾਲਾ ਦਿਲ, ਨਾ ਕਿ ਚੁਗਲੀਆਂ ਕਰਨ ਵਾਲਾ ਦਿਲ, ਨਾ ਕਿ ਲੜਾਈਆਂ ਪਾਉਣ ਵਾਲਾ ਦਿਲ, ਨਾ ਕਿ ਲੜਾਈਆਂ ਕਰਨ ਵਾਲਾ ਦਿਲ, ਨਾ ਕਿ ਧੋਖਾ ਕਰਨ ਵਾਲਾ ਦਿਲ, ਨਾ ਕਿ ਚੋਰੀਆਂ ਕਰਨ ਵਾਲਾ ਦਿਲ, ਨਾ ਕਿ ਵਿਭਚਾਰ ਕਰਨ ਵਾਲਾ ਦਿਲ, ਨਾ ਕਿ ਗੰਦੇ ਕੰਮ ਕਰਨ ਵਾਲਾ ਦਿਲ। ਨਹੀਂ, ਪਰਮੇਸ਼ਰ ਨੇ ਸਾਨੂੰ ਸਾਡੇ ਉਹ ਪੱਥਰ ਵਾਲਾ, ਪਾਪ ਵਾਲਾ ਦਿਲ ਸਾਡੇ ਵਿੱਚੋਂ ਕੱਢ ਦਿੱਤਾ, ਔਰ ਸਾਡੇ ਅੰਦਰ ਕਿਹੜਾ ਦਿਲ ਪਾਤਾ? ਮਾਸ ਵਾਲਾ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ ਆਓ ਸਭ ਅੱਖਾਂ ਨੂੰ ਬੰਦ ਕਰਾਂਗੇ, ਪ੍ਰਭੂ ਦਾ ਧੰਨਵਾਦ ਕਰਾਂਗੇ। ਹਾਲੇਲੂਇਆ ਮੇਰੇ ਪਰਮੇਸ਼ਰ।